ਜਦੋਂ ਪਾਕਿਸਤਾਨ 1947 ਦੇ ਵਿੱਚ ਆਜ਼ਾਦ ਹੋਇਆ ਤੇ 1940 ਦੇ ਜਾਂਦਾ ਬੰਦੋਬਸਤ ਕਰ ਲਿਆ ਗਿਆ ਸੀ ਕਿ ਵੀ ਉਹਨੂੰ ਪਤਾ ਸੀ ਆਜ਼ਾਦ ਕਰਨਾ ਹੈ ਤੇ ਅਸੀਂ ਪਹਿਲੇ ਸਾਰਾ ਬੰਦੋਬਸਤ ਕਰ ਲਈ। 1940 ਦੇ ਵਿੱਚ ਕਾਦੀਆਨੀ ਲੈਂਦੇ ਗਏ। 1940 ਤੋਂ ਸ਼ੁਰੂ ਹੋਇਆ ਕੰਮ ਤੇ ਉਸ ਤੋਂ ਬਾਅਦ 1947 ਦੇ ਜਦੋਂ ਜੋ ਹੀ ਪਾਕਿਸਤਾਨ ਆਜ਼ਾਦ ਹੋਇਆ ਉਹਦੇ ਜਿਹੜੇ ਮੇਨ ਚੀਜ਼ਾਂ ਜਿੱਥੋਂ ਕੰਟਰੋਲ ਹੋ ਸਕਦਾ ਸੀ ਪਾਕਿਸਤਾਨ, ਜਿਸ ਤਰ੍ਹਾਂ ਕਿ ਫੌਜ, ਉਹਦੇ 'ਚ ਕਾਦੀਆਨੀ ਵਿੰਗ ਬਣਾ ਕੇ ਉਹ ਸਾਰੇ ਕਾਦੀਆਨੀ ਭਰੇ ਗਏ। ਅਸੀਂ ਇੱਧਰ ਪਾਕਿਸਤਾਨ ਬਣਦਾ ਰਿਹਾ, ਬੱਚੇ ਵੱਧਦੇ ਰਹੇ, ਸਾਰਾ ਕੁਝ ਉਧਰ ਉਹਨਾਂ ਦੇ ਬੱਚੇ ਵੱਧਦੇ ਗਏ। ਜਿਹੜਾ ਪਾਕਿਸਤਾਨੀ ਫੌਜ ਦਾ ਕਾਦੀਆਨੀ ਵਿੰਗ ਹੈ ਉਹਦਾ ਜਿਹੜਾ ਚੈਂਪੀਅਨ ਹੈਗਾ ਸੀ ਵੱਡਾ ਪਰਵੇਜ਼ ਮੁਸ਼ਰਫ, ਜਿਹਨੇ ਕਿ ਜਿਹੜਾ ਨਾਕਾਮ ਹੋਇਆ ਅਦਲੀਆ ਤੋਂ। ਅਦਲੀਆ ਤੋਂ ਪੰਗਾ ਲੈ ਬੈਠਾ, ਉਹ ਇੱਕ ਤਹਿਰੀਕ ਚੱਲ ਪਈ, ਉਹ ਸਾਰਾ ਕੋਈ ਗੱਲ ਖਰਾਬ ਹੋ ਗਈ, ਵਨ ਸਟੈਪ ਬੈਕ ਹੋ ਗਿਆ। ਜੋ ਹੀ ਵਨ ਸਟੈਪ ਬੈਕ ਹੋਇਆ ਉਹਨਾਂ ਨੇ ਕਿਹਾ ਵੀ ਹੁਣ ਨੈਕਸਟ ਸਟੈਪ ਜਿਹੜਾ ਹੈ ਇਹ ਜਿੱਥੋਂ ਅਸੀਂ ਡਿੱਗਿਆ ਪਹਿਲਾਂ ਨੂੰ ਕੰਟਰੋਲ ਹੀ ਕਰੀਏ। ਉਹਨਾਂ ਨੇ ਇੱਕ ਛਿਟਕਾ ਲੱਭਿਆ ਸਾਡਾ, ਉਹ ਕੁੱਤੀ ਦਾ ਬੱਚਾ ਉਹਦਾ ਸਾਕਬ ਨਸੂਰ ਸੀ, ਉਹ ਲੱਭ ਕੇ ਉਹਦੇ ਥਰੂ ਦੁਬਾਰਾ ਅਦਲੀਆ ਤੇ ਕਬਜ਼ਾ ਕੀਤਾ। ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ ਕਿਸ ਤਰ੍ਹਾਂ ਜਿਹੜੇ ਜੱਜ ਕੋਈ ਤੁਹਾਡੇ ਬਹੁਤ ਸਾਫ਼ ਰਹਿ ਗਏ ਨੇ, ਉਹਨਾਂ ਦੇ ਰੈਫਰੈਂਸ ਜਾਂਦੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਖੁੱਡੇ ਲਾਉਂਦੇ ਨੇ, ਉਹ ਸਦੀਕੀ ਨੂੰ ਕਿਸ ਤਰ੍ਹਾਂ ਕੱਢਿਆ, ਫਾਇਜ਼ ਇਸਾ ਦੇ ਕਿਸ ਤਰ੍ਹਾਂ ਪਿੱਛੇ ਪਏ ਨੇ। ਲੇਕਿਨ ਜਿਹੜੇ ਕਾਦੀਆਨੀ ਜੱਜ ਨੇ ਉਹ 5 ਜੱਜ ਬੈਠ ਕੇ ਪੂਰੇ ਮੁਲਕ ਦੇ ਫੈਸਲੇ ਕਰੀ ਜਾ ਰਹੇ ਨੇ ਤੇ ਕਿਸੇ ਨੂੰ ਕੁਸਕਣ ਨਹੀਂ ਦੇ ਰਹੇ। ਉਹੀ ਹਕੂਮਤ ਆਉਂਦੀ ਹੈ ਤੇ ਉਹ ਜ਼ਰਾ ਜਿਹਾ ਇੱਥੋਂ ਟਰਸਟ ਤੋਂ ਮਾਸਲ ਦੀ 100 ਮੋਟਰ ਨੋਟਿਸ, ਉਸੇ ਮੁਲਕ ਦੀ ਹਕੂਮਤ ਆਉਂਦੀ ਹੈ, ਉਹ ਸਾਰਿਆਂ ਦੀ ਤਬਾਹੀ ਲਈ ਜਾਵੇ, ਜੋ ਮਰਜ਼ੀ ਕਰੀ ਜਾਵੇ, ਜੱਜ ਆਰਾਮ ਨਾਲ ਸੁੱਤੇ ਹੁੰਦੇ ਨੇ। ਉਹੀ ਅਦਲੀਆ ਜਿਹਨੇ ਫੈਸਲਾ ਕਰਤਾ ਇੱਕ ਵਾਰੀ, ਇਸ ਮੁਲਕ ਵੀ ਫੈਸਲਾ ਹੋ ਚੁੱਕਿਆ ਕਿ ਕਾਨੂੰਨ ਐਕਸਟੈਂਸ਼ਨ ਦਾ ਨਹੀਂ ਹੈਗਾ ਆਰਮੀ ਚੀਫ ਦਾ, ਲੇਕਿਨ ਮੈਂ ਨਾ ਟਾਈਮ ਦਿੰਦਾ, ਤੁਸੀਂ ਜਨਾਬ ਇਹਦਾ ਕਾਨੂੰਨ ਪਾਸ ਕਰ ਲਓ। ਕੈਸੀ ਗੱਲ ਹੈ? ਇਹ ਸਾਡੇ ਮੁਲਕ ਦੇ ਕਾਰਨਾਮੇ ਜੇ। ਸੱਚੀਆਂ ਗੱਲਾਂ ਕੋੜੀਆਂ ਬੜੀਆਂ ਹੁੰਦੀਆਂ ਨੇ, ਪਰ ਅਸੀਂ ਕਰੀ ਜਾਣੀਆਂ ਨੇ। ਥੈਂਕ ਯੂ ਜੀ। ਅੱਜ ਦਾ ਲਤੀਫਾ, ਇੱਕ ਬੱਸ ਜਾ ਰਹੀ ਸੀ, ਲੋਕਲ ਜੀ ਬੱਸ, ਫੈਸਲਾਬਾਦ ਨੂੰ ਮੂੰਹ ਸੀ ਤੇ ਬੜਾ ਚੰਗਾ ਡਰਾਈਵਰ ਸੀ ਜਿਹੜਾ ਚਲਾ ਰਿਹਾ ਸੀ। ਉਹਨੂੰ ਕੁਝ ਚੰਗਾ ਘਰ ਦਾ ਹੈਗਾ, ਵੱਡੇ ਦੀ ਇੱਜ਼ਤ ਕਰਨ ਵਾਲਾ। ਇੱਕ ਮਾਈ ਨਾਲ ਕੰਡਕਟਰ ਨੂੰ ਆ ਕੇ ਪੁੱਛੇ ਵੀ ਵੇ ਪੁੱਤਰ ਮੇਰੀ ਗੱਲ ਸੁਣ, ਮੈਂ ਦਵਾਈ ਖਾਧੀ, ਮੈਨੂੰ ਬਾਰ-ਬਾਰ ਪਿਸ਼ਾਬ ਆਉਂਦਾ ਹੈ। ਉਹ ਹਾਲੀ ਡਰਾਈਵਰ, ਉਹ ਕੰਡਕਟਰ ਨੂੰ ਸੁਣਦਾ ਨਹੀਂ ਪਿਆ, ਦੂਸਰੇ ਸਵਾਰੀਆਂ ਲਾਈ ਜਾ ਰਿਹਾ ਤੇ ਡਰਾਈਵਰ ਉੱਤਰ ਕੇ ਗਿਆ ਥੱਲੇ। ਉਹ ਕਹਿੰਦਾ ਮਾਂ ਵੱਡੀ ਕੀ ਮਸਲਾ ਹੈ? ਉਹਨੇ ਕਿਹਾ ਪੁੱਤਰ ਮੈਨੂੰ ਬਾਰ-ਬਾਰ, ਉਹਨੇ ਕਿਹਾ ਤੂੰ ਅੱਗੇ ਚੜ੍ਹ, ਮੇਰੇ ਨਾਲ ਦੀ ਸੀਟ ਤੇ ਪਈ ਆ, ਜਦੋਂ ਮਾਈ ਤੈਨੂੰ ਮਾਂ ਵੱਡੀ ਹੈ ਪਿਸ਼ਾਬ ਆਵੇ ਮੈਨੂੰ ਦੱਸਣਾ ਤੂੰ। ਕਹਿੰਦੀ ਠੀਕ ਹੈ ਪੁੱਤਰ। ਉਹ ਤੁਰ ਪਿਆ। ਮਾਈ ਜਨਾਬ ਥੋੜੀ ਦੇਰ ਬਾਅਦ ਕਹੇ ਵੇ ਪੁੱਤਰ ਸੋਹਣਿਆ ਮੈਨੂੰ ਪਿਸ਼ਾਬ ਆ ਗਿਆ। ਉਹ ਕਹੇ ਠੀਕ, ਉਹ ਲੱਭ ਕੇ ਜਗ੍ਹਾ ਸਾਈਡ ਤੇ ਲਾ ਦੇਵੇ, ਮਾਈ ਨੂੰ ਪਿਸ਼ਾਬ ਕਰਾਵੇ। ਫਿਰ ਬੜੀ ਇhtਰਾਮਨ ਕਰਦੇ ਕਾਫੀ ਸਾਰੇ ਪਿਸ਼ਾਬ ਉਹਨੇ ਕੀਤੇ। ਅਖੀਰ ਮਾਈ ਬੜੀ ਖੁਸ਼ ਸੀ ਮੁੰਡੇ ਤੇ ਉਹਨੇ ਪਿਆਰ ਨਾਲ ਵੈਸੇ ਗੱਲਾਂ ਬਾਤਾਂ ਕਰਨੀ ਜਾ ਰਹੀ ਸੀ, ਕਹਿੰਦੀ ਵੇ ਪੁੱਤਰ ਫੈਸਲਾਬਾਦ ਕਿੰਨੇ ਮਹੀਨੇ ਰਹਿ ਗਏ? ਉਹ ਮੁੰਡੇ ਨੇ ਹੱਸ ਕੇ ਵੇਖਿਆ ਮਾਂ ਵੱਡੀ ਵੱਲ, ਕਹਿੰਦਾ ਮਾਈ ਤੇਰੇ 4 ਪਿਸ਼ਾਬ ਰਹਿ ਗਏ। ਤੇ ਇਸੇ ਤਰ੍ਹਾਂ ਹੀ ਇਸ ਬਾਜਵੇ ਦੇ 2 ਐਕਸਟੈਂਸ਼ਨਾਂ ਰਹਿ ਗਈਆਂ ਨੇ ਜੀ। ਇੱਕ ਉਹਨੇ ਇਮਰਾਨ ਖਾਨ ਕੋਲ ਲਈ ਹੈ, ਇੱਕ ਉਹਨੇ ਸ਼ਬਾਜ਼ ਸ਼ਰੀਫ ਕੋਲ ਲੈਣ ਲੱਗਾ ਹੈ, ਇੱਕ ਫਿਰ ਵੀ ਲੈ ਗਿਆ ਇੱਕ ਹੋਰ, ਉਹ ਵੀ ਤੁਹਾਨੂੰ ਦੱਸਾਂਗਾ ਬਾਅਦ ਚੋਂ। ਥੈਂਕ ਯੂ। ਅਸਲਾਮ ਅਲੈਕੁਮ। ਪਾਕਿਸਤਾਨ ਦੇ ਸਿਆਸੀ ਬੁੱਤ, ਅਸੀਂ ਗੱਲ ਕਰਾਂਗੇ ਅੱਜ ਪਾਕਿਸਤਾਨ ਦੇ ਸਿਆਸੀ ਬੁੱਤ ਤੇ ਇਹ ਬੁੱਤ ਕਿੱਥੋਂ ਪੈਦਾ ਹੁੰਦੇ ਨੇ ਤੇ ਕਿੱਥੋਂ ਆਉਂਦੇ ਨੇ ਤੇ ਅਸੀਂ ਕਿਸ ਤਰ੍ਹਾਂ ਇਹਨਾਂ ਦੀ ਪੂਜਾ ਕਰਨੇ ਆ। ਇਸ ਟਾਈਮ ਟੋਟਲ ਪਾਕਿਸਤਾਨ ਦੇ ਬੁੱਤ ਕਿੰਨੇ ਨੇ ਪਹਿਲੇ ਗਿਣ ਕੇ ਦੇਖੋ। ਇਸ ਟਾਈਮ ਪਾਕਿਸਤਾਨ ਦੇ ਬੁੱਤ ਹੈਗੇ ਨੇ ਜਨਾਬ, ਉਹ ਪੀਪਲ ਪਾਰਟੀ ਜੇ ਉਹਦਾ ਜ਼ਰਦਾਰੀ ਬੁੱਤ ਹੈ ਤੇ ਨੂਨ ਲੀਗ ਹੈ ਉਹਦਾ ਨਵਾਜ਼ ਸ਼ਰੀਫ ਬੁੱਤ ਹੈ। ਫਿਰ ਜਨਾਬ ਜੀ ਤੁਸੀਂ ਚਲੇ ਜਾਓ PTI ਜਿਹੜੀ ਕੱਲ੍ਹ ਵਾਲੀ ਨਵੀਂ ਤਿਆਰ ਕੀਤੀ ਗਈ ਹੈ ਉਹਦਾ ਭਗਵਾਨ ਉਹ ਬੁੱਤ ਹੈ। ਇਸ ਵਾਰ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਛੋਟੀਆਂ ਵੱਡੀਆਂ ਉਹਨਾਂ ਦਾ ਇੱਕ ਬੁੱਤ ਹੈਗਾ। ਕਦੀ ਤੁਸੀਂ ਇਹ ਗੱਲ ਤੇ ਗੌਰ ਨਹੀਂ ਕੀਤਾ ਕਿ ਬੁੱਤ ਆਉਂਦੇ ਕਿੱਥੋਂ ਨੇ, ਕੌਣ ਉਹਨਾਂ ਨੂੰ ਬਣਾਉਂਦਾ ਹੈ? ਤੁਸੀਂ ਬਸ ਜ਼ਿੰਦਾਬਾਦ ਤੇ ਮੁਰਦਾਬਾਦ ਹੋ ਕੇ ਕਦੀ ਗਏ ਹੀ ਨਹੀਂ ਜੇ। ਇਹ ਬੁੱਤ ਸਾਰੇ ਇੱਕ ਬੁੱਤ ਤੇ ਗੌਰ ਕਰ ਲਓ, ਸਾਰੇ ਸਾਡੀ ਫੌਜ ਨੇ ਬਣਾਏ ਨੇ। ਇਹਨਾਂ ਦਾ ਜਦੋਂ ਝਗੜਾ ਹੁੰਦਾ ਹੈ ਉਹ ਫੌਜ ਨਾਲ ਹੀ ਹੁੰਦਾ ਹੈ। ਔਰ ਜਦੋਂ ਇਹ ਹਕੂਮਤ ਜਾਂਦੇ ਨੇ ਇਹਨਾਂ ਦੇ ਸਾਸੇ ਵੱਜ ਜਾਂਦੇ ਨੇ, ਸਭ ਕੁਝ ਹੋ ਜਾਂਦਾ ਹੈ। ਔਰ ਇੰਨੀ ਲੁੱਟਮਾਰ ਹੋ ਜਾਂਦੀ ਹੈ, ਹਮੇਸ਼ਾ ਬੁਰਾ ਵਕਤ ਪਾਕਿਸਤਾਨੀ ਕੌਮ ਦਾ ਰਹਿੰਦਾ ਹੈ। ਮਹਿੰਗਾਈ ਉਹ ਨਹੀਂ ਹੈ, ਇਹਨਾਂ ਨੇ ਖਾਣਾ ਹੈ ਤੇ ਜਿਹੜਾ ਪੇ ਅਸੀਂ ਕਰਨਾ, ਪੇ ਬੈਕ ਕਰਨਾ ਉਹ ਆਵਾਮ ਨੇ ਕਰਨਾ ਹੈ। ਇਹ ਹੁਣ ਨਵਾਂ ਲੁੱਟ ਮਾਰ ਕਰਕੇ ਜਿਹੜਾ PTI ਦਾ ਭਗਵਾਨ ਖਾ ਪੀ ਕੇ 2 ਹੱਥਾਂ ਨਾਲ ਨਿਕਲਿਆ, ਕਦੀ ਇਹਦੀ ਜ਼ਿੰਦਗੀ ਇਨਕੁਆਰੀ ਨਹੀਂ ਹੋਏਗੀ। ਅਗਰ ਇਨਕੁਆਰੀ ਲੱਗ ਵੀ ਗਈ ਤਾਂ ਕਦੀ ਕੋਈ ਸਾਬਤ ਨਹੀਂ ਹੋਏਗਾ, ਕਦੀ ਆਵਾਮ ਦਾ ਪੈਸਾ ਵਾਪਸ ਨਹੀਂ ਮਿਲੇਗਾ। ਕਿਉਂ ਕਿ ਇਹ ਡੀਲਰ ਨੇ, ਏਜੰਟ ਨੇ, ਜਿਨ੍ਹਾਂ ਵਾਸਤੇ ਕੰਮ ਕਰਦੇ ਨੇ, ਪੈਸਾ ਉੱਧਰ ਜਾਂਦਾ ਹੈ। ਤੇ ਇਸੇ ਤਰ੍ਹਾਂ ਤੁਸੀਂ ਇਨਕੁਆਰੀ ਵੇਖ ਲਈ ਨਵਾਜ਼ ਸ਼ਰੀਫ ਦੀ, ਕਦੀ ਕੁਛ ਨਹੀਂ ਸਾਬਤ ਹੋਇਆ।
ਭੱਟੋ ਦੀ ਲੈ ਲਓ, ਭੱਟੋ ਨੂੰ ਫਾਂਸੀ ਲੱਗ ਗਈ, ਸਭ ਕੁਝ ਹੋ ਗਿਆ। ਪਾਕਿਸਤਾਨ ਹਮੇਸ਼ਾ ਨਾਜ਼ੁਕ ਮੋੜ ਤੋਂ ਗੁਜ਼ਰਦਾ ਰਿਹਾ, ਸਾਡਾ ਗਰੀਬ ਬੰਦਿਆਂ ਦਾ। ਅਸੀਂ ਜਦੋਂ ਬਾਹਰ ਜਾਂਦੇ ਹਾਂ, ਬਾਹਰ ਜਾ ਕੇ ਮਿਹਨਤਾਂ ਕਰਨੇ ਆ, ਕਮਾ ਕੇ ਪਿੱਛੇ ਭੇਜਨੇ ਆ, ਉਹ ਅਸੀਂ ਇਹਨਾਂ ਦੇ ਜਿਹੜੇ ਫੱਟ ਲਾਏ ਨੇ ਉਹਨਾਂ ਨੂੰ ਥੋੜ੍ਹਾ ਬਹੁਤ ਸੀਨ ਦੀ ਕੋਸ਼ਿਸ਼ ਕਰਨੇ ਆ। ਉਹਨਾਂ ਨੇ ਸਾਨੂੰ ਐਸੇ ਕੰਮ ਤੇ ਰੱਖ ਲਿਆ। ਪਾਕਿਸਤਾਨੀ ਕੌਮ ਜਦੋਂ ਤੱਕ ਜਾਗੇਗੀ ਨਹੀਂ, ਸ਼ੋਰ ਨਹੀਂ ਆਏਗਾ, ਇਹਨਾਂ ਨੂੰ ਲਿੱਤਰ ਪੈਂਦੇ ਰਹਿਣਗੇ। ਉਹਨਾਂ ਦਾ ਮੁਲਕ ਜਿਹੜਾ ਨਾ ਪਾਕਿਸਤਾਨ ਨਾਜ਼ੁਕ ਮੋੜ ਤੇ ਹੀ ਰਹੇਗਾ। ਦੁਨੀਆ ਦੇ ਕੋਈ ਫੌਜ ਜਿਹਨੂੰ ਬੰਦੂਕ ਲੈ ਕੇ ਦਿਓ ਖੂਨ ਪਸੀਨੇ ਦੀ ਕਮਾਈ ਨਾਲ, ਉਹ ਬੰਦੂਕ ਤੁਹਾਡੇ ਤੇ ਤਾਣ ਲਵੇ ਪਿੱਛੇ, ਉਹ ਨਹੀਂ ਚੱਲ ਸਕਦੀ ਤੇ ਨਾ ਹੀ ਆਵਾਮ ਚੱਲਣ ਦਿੰਦੇ ਨੇ। ਲੇਕਿਨ ਇਹ ਵਾਹਿਦ ਪਾਕਿਸਤਾਨ ਹੈ। ਇੱਥੇ ਵੀ ਕਹਿੰਦੇ ਨੇ ਪਾਕ ਫੌਜ ਜ਼ਿੰਦਾਬਾਦ, ਪਾਕ ਫੌਜ ਜ਼ਿੰਦਾਬਾਦ, ਪਾਕ ਫੌਜ ਜ਼ਿੰਦਾਬਾਦ।